ਹਾਂਜੀ। ਗੁੱਡ ਮਾਰਨਿੰਗ ਟੂ ਆਲ। ਸੋ ਅੱਜ ਆਪਾਂ ਨੈਕਸਟ ਟੌਪਿਕ ਜੋ ਕਿ ਆਪਣਾ ਚੈਪਟਰ ਚੱਲ ਹੀ ਰਿਹਾ ਸੀ ਪੋਲੀਟੀਕਲ ਸਾਇੰਸ ਦਾ, ਉਸ ਦਾ ਹੀ ਨੈਕਸਟ ਟੌਪਿਕ ਹੈ ਫੰਡਾਮੈਂਟਲ ਰਾਈਟਸ, ਮੌਲਿਕ ਅਧਿਕਾਰ। ਤੁਹਾਨੂੰ ਕਰਵਾਉਣ ਜਾ ਰਹੇ ਹਾਂ ਅੱਜ। ਤੋਂ ਇਹ ਸਾਡੇ ਮੌਲਿਕ ਅਧਿਕਾਰ ਆ ਜਿਹੜੇ ਕਿ ਸਾਨੂੰ ਪਤਾ ਹੀ ਹੈ USA ਤੋਂ ਲਏ ਗਏ ਨੇ। ਇਹ ਆਰਟੀਕਲ 12 to 35 ਤੱਕ ਹਨ। ਸੋ ਆਪਾਂ ਜਿੰਨੇ ਪੋਸੀਬਲ ਹੋ ਸਕੇ ਆਪਾਂ ਕਰਾਂਗੇ। ਹਾਂਜੀ, ਸੋ ਸਟਾਰਟ ਕਰਦੇ ਹਾਂ। ਫਸਟ ਹੈ ਜੀ, ਫਸਟ ਜਿਹੜਾ ਆਪਣਾ ਫੰਡਾਮੈਂਟਲ ਰਾਈਟਸ ਹੈ ਦਾ ਹੈਗਾ ਰਾਈਟ ਟੂ ਇਕੁਆਲਿਟੀ, ਆਰਟੀਕਲ 14 to 18। ਹਾਂਜੀ, ਜੋ 12 ਐਂਡ 13 ਹੈ ਆਪਾਂ ਲਾਸਟ ਤੇ ਡਿਟੇਲ ਦੇ ਵਿੱਚ ਕਰਾਂਗੇ, ਇਸ ਦੀ ਮੈਂ ਅਲੱਗ ਇੱਕ ਵੀਡੀਓ ਬਣਾਈ ਹੈ। ਸੋ ਆਪਾਂ ਅੱਜ ਕਰਦੇ ਹਾਂ 14 to 35 ਤੱਕ, ਜਿੰਨੇ ਵੀ ਪੋਸੀਬਲ ਹੋਏ ਉਹਦੇ ਵਿੱਚ। ਓਕੇ, ਹਾਂਜੀ। ਰਾਈਟ ਟੂ ਇਕੁਐਲਿਟੀ ਫਸਟ ਆਰਟੀਕਲ 14 to 18 ਦੇ ਵਿੱਚ ਆਉਂਦੇ ਨੇ। ਰਾਈਟ ਟੂ ਇਕੁਐਲਿਟੀ ਮੀਨਸ ਸਮਾਨਤਾ ਦਾ ਅਧਿਕਾਰ ਹੈ ਜਿਹੜਾ ਕਿ ਆਰਟੀਕਲ 14 ਦੇ ਵਿੱਚ ਹੈ ਇਕੁਐਲਿਟੀ ਬਿਫੋਰ ਲਾ। ਕਹਿੰਦੇ ਕਾਨੂੰਨ ਦੇ ਸਾਹਮਣੇ ਸਾਰੇ ਹੀ ਬਰਾਬਰ ਹਨ। ਇਹ ਆਰਟੀਕਲ 14 ਦੇ ਵਿੱਚ ਹੈ। ਹਾਂਜੀ, ਆਰਟੀਕਲ 15 'ਚ ਹੈ ਜੀ, ਰਿਲੀਜਨ, ਕਾਸਟ, ਰੇਸ, ਸੈਕਸ ਐਂਡ ਬਰਥ ਪਲੇਸ ਦੇ ਆਧਾਰ 'ਤੇ ਭੇਦਭਾਵ ਨਹੀਂ ਕੀਤਾ ਜਾ ਸਕਦਾ ਕਿਸੇ ਨਾਲ। ਇਹਨਾਂ ਨੂੰ ਨੋਟ ਕਰ ਲਓ ਪਲੀਜ਼, ਆਪਣੀ ਨੋਟਬੁੱਕ 'ਤੇ ਨੋਟ ਕਰ ਲਓ, ਚਾਹੇ ਨਾਲ ਨਾਲ ਇਸ ਨੂੰ ਧਿਆਨ ਨਾਲ ਦੇਖ ਲਓ, ਰਿਵਾਈਜ਼ ਕਰ ਲਓ। ਨੈਕਸਟ ਹੈ ਜੀ ਆਰਟੀਕਲ 16 ਦੇ ਵਿੱਚ ਕੀ ਆ, ਇਕੁਅਲ ਅਪਰਚੁਨਿਟੀ ਟੂ ਆਲ, ਸਭ ਨੂੰ ਸਮਾਨ ਅਵਸਰ, ਇੱਕ ਸਮਾਨ ਅਵਸਰ ਦੇਣਾ, ਅਵਸਰ ਦੀ ਸਮਾਨਤਾ। ਬਟ ਆਪਾਂ ਦੇਖਦੇ ਹਾਂ ਕਿ ਇਸ ਤਰ੍ਹਾਂ ਨਹੀਂ ਹੈ। ਆਰਟੀਕਲ 16(4) ਦੇ ਵਿੱਚ ਰਿਜ਼ਰਵੇਸ਼ਨ ਰੱਖੀ ਗਈ ਹੈ ਫॉर SC ਐਂਡ ST ਇਨ ਆਲ ਪੋਸਟਾਂ ਦੇ ਵਿੱਚ ਜੋ ਰਿਜ਼ਰਵੇਸ਼ਨ ਰੱਖੀ ਗਈ ਹੈ ਜੀ ਉਹ 16(4) ਦੇ ਵਿੱਚ ਹੈ। ਇਸ ਲਈ ਆਪਾਂ ਇਹ ਕਹਿ ਸਕਦੇ ਹਾਂ ਆਰਟੀਕਲ 16 ਦੇ ਵਿੱਚ ਸਮਾਨਤਾ ਦਿੱਤੀ ਗਈ ਹੈ, ਬਟ ਇਸ ਤਰ੍ਹਾਂ ਨਹੀਂ ਹੈ ਜੀ। ਆਰਟੀਕਲ 17 ਦੇ ਵਿੱਚ ਜੀ ਛੂਆਛੂਤ ਦਾ ਵਿਵਹਾਰ ਨਹੀਂ ਕੀਤਾ ਜਾ ਸਕਦਾ, ਕਿਸੇ ਨਾਲ ਵੀ ਛੂਆਛੂਤ ਦਾ ਵਿਵਹਾਰ ਨਹੀਂ ਕੀਤਾ ਜਾ ਸਕਦਾ। ਆਰਟੀਕਲ 18 ਜੀ ਉਪਾਧੀਆਂ ਦਾ ਅੰਤ ਕੀਤਾ। ਸਾਰੇ ਨੋਟ ਕਰ ਲਓ ਜੀ, ਫਿਰ ਰਿਵਾਈਜ਼ ਕਰ ਦਿੰਦੀ ਹਾਂ। ਆਰਟੀਕਲ 14 ਕਾਨੂੰਨ ਸਾਹਮਣੇ ਸਭ ਬਰਾਬਰ ਹਨ। ਆਰਟੀਕਲ 15 ਰਿਲੀਜਨ, ਕਾਸਟ, ਰੇਸ, ਸੈਕਸ ਐਂਡ ਬਰਥ ਦੇ ਆਧਾਰ 'ਤੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾ ਸਕਦਾ। ਆਰਟੀਕਲ 16 ਦੇ ਵਿੱਚ ਅਵਸਰ ਦੀ ਸਮਾਨਤਾ, ਸਮਾਨ ਮੌਕੇ ਦੇਣੇ। ਓਕੇ, ਆਰਟੀਕਲ 17 ਛੂਆਛੂਤ ਦਾ ਵਿਵਹਾਰ ਨਹੀਂ ਕੀਤਾ ਜਾ ਸਕਦਾ। ਆਰਟੀਕਲ 18 ਦੇ ਵਿੱਚ ਉਪਾਧੀਆਂ ਦਾ ਅੰਤ ਕੀਤਾ ਗਿਆ। ਹਾਂਜੀ, ਇਹ ਸੀ ਆਪਣਾ ਰਾਈਟ ਟੂ ਇਕੁਐਲਿਟੀ। ਨੈਕਸਟ ਹੈ ਜੀ ਰਾਈਟ ਟੂ ਫਰੀਡਮ। ਰਾਈਟ ਟੂ ਫਰੀਡਮ ਦਿੱਤੀਆਂ ਗਈਆਂ ਸੀ ਆਰਟੀਕਲ 19 to 20 ਦੇ ਵਿੱਚ। ਆਰਟੀਕਲ 19 ਦੇ ਵਿੱਚ ਕੀ ਹੈ ਜੀ, ਫਸਟ ਹੈ ਫਰੀਡਮ ਆਫ ਸਪੀਚ। ਨੈਕਸਟ ਫਰੀਡਮ ਆਫ ਕਾਨਫਰੰਸ ਔਰ ਅ ਮੀਟਿੰਗ, ਕਹਿੰਦੇ ਸਪੀਚ ਬੋਲਣ ਦੀ ਆਜ਼ਾਦੀ ਹੈ। ਫਰੀਡਮ ਆਫ ਕਾਨਫਰੰਸ, ਕੋਈ ਵੀ ਮੀਟਿੰਗ ਕੀਤੀ ਜਾ ਸਕਦੀ ਹੈ ਇਕੱਠੇ ਬੈਠ ਕੇ, ਬਟ ਉਹ ਕੀ ਆ ਪੀਸਫੁਲੀ ਹੋਣੀ ਚਾਹੀਦੀ ਆ, ਵਿਦਾਊਟ ਆਰਮਸ ਹੋਣੀ ਚਾਹੀਦੇ ਆ, ਹਥਿਆਰ ਨਹੀਂ ਹੋਣੇ ਚਾਹੀਦੇ ਉਸ ਟਾਈਮ ਕੋਲ। ਫਰੀਡਮ ਟੂ ਮੇਕ ਯੂਨੀਅਨਸ ਇੱਕ ਸੰਘ ਬਣਾਉਣ ਦੀ ਆਜ਼ਾਦੀ ਦਿੱਤੀ ਗਈ। ਫਰੀਡਮ ਟੂ ਰੋਮ ਐਨੀਵੇਅਰ ਇਨ ਇੰਡੀਆ, ਇੰਡੀਆ ਦੇ ਵਿੱਚ ਕਿਤੇ ਵੀ ਘੁੰਮਣ ਦੀ ਆਜ਼ਾਦੀ ਹੈ। ਫਰੀਡਮ ਟੂ ਲਿਵ ਐਨੀਵੇਅਰ ਇਨ ਇੰਡੀਆ, ਇੰਡੀਆ ਦੇ ਵਿੱਚ ਕਿਤੇ ਵੀ ਰਹਿਣ ਦੀ ਆਜ਼ਾਦੀ ਹੈ। ਹਾਂਜੀ, ਨੈਕਸਟ ਹੈ ਜੀ ਆਰਟੀਕਲ 20 ਦੇ ਵਿੱਚ 19 ਆਪਣਾ ਹੋ ਚੁੱਕਿਆ। ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ, ਪਹਿਲਾਂ ਇਸ ਨੂੰ ਸਬਸਕ੍ਰਾਈਬ ਕਰ ਦਿਓ ਪਲੀਜ਼, ਰਿਕੁਐਸਟ ਹੈ ਜੀ। ਇਸ ਤਰ੍ਹਾਂ ਤੁਹਾਨੂੰ ਬਹੁਤ ਅੱਛੀ ਵੀਡੀਓਜ਼ ਡਿਟੇਲ ਦੇ ਵਿੱਚ ਮਿਲਣਗੀਆਂ। ਸੋ ਇਹਨਾਂ ਟਾਈਮ ਵੇਸਟ ਕੀਤੇ ਆਪਾਂ ਅੱਗੇ ਕਰਦੇ ਹਾਂ ਜੀ। ਆਰਟੀਕਲ 20 ਦੇ ਵਿੱਚ ਕੰਜ਼ਰਵੇਸ਼ਨਸ ਇਨ ਅਫੈਂਸ, ਅਪਰਾਧ ਵਿੱਚ ਕੀ ਸੰਰਕਸ਼ਣ ਦਿੱਤੇ ਗਏ ਨੇ। ਅਪਰਾਧ ਦੇ ਵਿੱਚ ਇਹਦੇ ਵਿੱਚ ਫਸਟ ਹੈ ਜੀ, ਜੇ ਕਿਸੇ ਵਿਅਕਤੀ ਤੋਂ ਕੋਈ ਅਪਰਾਧ ਹੁੰਦਾ ਹੈ ਤਾਂ ਕੁਝ ਫਰੀਡਮ ਹੋਣਗੀਆਂ ਜੀ। ਇਹਦੇ ਵਿੱਚ ਕੋਈ ਅਪਰਾਧ ਕਰਦਾ ਹੈ, ਕਿਸ ਤਰ੍ਹਾਂ ਦੀਆਂ ਫਰੀਡਮ ਹੋਣਗੀਆਂ, ਇਹ ਆਰਟੀਕਲ 20 ਦੇ ਵਿੱਚ ਹੈ। ਫਸਟ ਹੈ ਜਦੋਂ ਤੱਕ ਆਪਣਾ ਅਪਰਾਧ ਸਿੱਧ ਨਹੀਂ ਹੁੰਦਾ, ਜਦੋਂ ਤੱਕ ਕਹਿੰਦੇ ਅਪਰਾਧ ਸਿੱਧ ਨਹੀਂ ਹੁੰਦਾ ਤਾਂ ਉਹ ਅਪਰਾਧੀ ਨਹੀਂ ਹੋਵੇਗਾ, ਪ੍ਰੂਫ ਕਰਨਾ ਪਏਗਾ ਜੀ। ਇੱਕ ਅਪਰਾਧ ਲਈ ਇੱਕ ਵਾਰ ਸਜ਼ਾ ਦਾ ਭੋਗੀ ਹੋਵੇਗਾ, ਵਾਰ-ਵਾਰ ਨਹੀਂ। ਕੋਈ ਵੀ ਸਜ਼ਾ ਇੱਕ ਵਾਰ ਮਿਲੇਗੀ ਜੀ ਉਸਨੂੰ, ਇਹ ਨਹੀਂ ਹੈ ਉਸਨੂੰ ਵਾਰ-ਵਾਰ ਸਜ਼ਾ ਮਿਲਦੀ ਰਹੇਗੀ। ਨੈਕਸਟ ਹੈ ਜ਼ਬਰਦਸਤੀ ਅਪਰਾਧ ਕਬੂਲ ਨਹੀਂ ਕਰਵਾਇਆ ਜਾ ਸਕਦਾ। ਹਾਂਜੀ, ਆਰਟੀਕਲ 20 ਦੇ ਵਿੱਚ ਆਉਂਦੇ ਨੇ। ਆਰਟੀਕਲ 21 ਫਰੀਡਮ ਟੂ ਲਿਵ,
ਜਿਉਣ ਦਾ ਜਿਹੜਾ ਅਧਿਕਾਰ ਹੈ, ਇੱਕ ਆਜ਼ਾਦੀ ਹੈ, ਹਰ ਇੱਕ ਮਨੁੱਖ ਕੋਲ ਹੈ ਜੀ। ਆਰਟੀਕਲ 21 ਦੇ ਵਿੱਚ ਹੈ। ਆਪਾਂ ਦੇਖਿਆ ਜੀ ਜੇਕਰ ਕੋਈ ਇਨ ਕੇਸ ਆਫ ਐਮਰਜੈਂਸੀ ਲੱਗਦੀ ਹੈ ਤਾਂ ਇਹ ਨੋਟ ਕਰਨ ਵਾਲੀ ਗੱਲ ਹੈ ਜੀ, ਸਭ ਤੋਂ ਪਹਿਲਾਂ ਖੋਇਆ ਜਾਣ ਵਾਲਾ ਆਰਟੀਕਲ ਕਿਹੜਾ 19 'ਤੇ ਪ੍ਰਭਾਵ ਪੈ ਸਕਦਾ। ਉਹ ਆਜ਼ਾਦੀਆਂ ਜੋ ਆਪਾਂ ਦੇਖੀਆਂ ਸੀ ਉਹ ਖੋਈਆਂ ਜਾ ਸਕਦੀਆਂ, ਉਹਨਾਂ ਵਿੱਚੋਂ ਕੋਈ ਵੀ ਕੈਂਸਲ ਹੋ ਸਕਦਾ ਹੈ, ਬਟ ਜੋ ਨਹੀਂ ਕੈਂਸਲ ਹੋ ਸਕਦਾ ਜੀ ਉਹ ਹੈ ਆਰਟੀਕਲ 20 ਐਂਡ ਆਰਟੀਕਲ 21। ਇਹ ਕਦੇ ਵੀ ਕੈਂਸਲ ਨਹੀਂ ਕੀਤਾ ਜਾ ਸਕਦਾ। ਜੇ ਕੈਂਸਲ ਕੀਤਾ ਜਾ ਸਕਦਾ ਹੈ, ਖੋਇਆ ਜਾ ਸਕਦਾ ਹੈ ਤਾਂ ਆਰਟੀਕਲ 19। ਆਰਟੀਕਲ 21A ਦੇ ਵਿੱਚ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਟੂ ਚਿਲਡਰਨ ਬਿਲੋ 14 ਈਅਰਸ ਤੋਂ ਘੱਟ ਉਮਰ ਦੇ ਬੱਚਿਆਂ ਲਈ ਫ੍ਰੀ ਐਜੂਕੇਸ਼ਨ ਕੰਪਲਸਰੀ ਕੀਤੀ ਗਈ ਹੈ ਜੀ। ਇਸ ਦਾ ਜੋ ਕੌਂਸਟੀਟਿਊਸ਼ਨ ਅਮੈਂਡਮੈਂਟ ਹੋਈ ਸੀ 86 ਕੌਂਸਟੀਟਿਊਸ਼ਨ ਅਮੈਂਡਮੈਂਟ 2002 ਦੇ ਵਿੱਚ ਹੋਈ ਸੀ। ਇਹ ਨੋਟ ਕਰ ਲਓ ਜੀ ਪੁਆਇੰਟ, ਕਦੋਂ ਹੋਈ ਸੀ। 86 ਕੌਂਸਟੀਟਿਊਸ਼ਨ ਅਮੈਂਡਮੈਂਟ 2002 ਦੇ ਵਿੱਚ। ਨੈਕਸਟ ਹੈ ਜੀ ਆਰਟੀਕਲ 22 ਦੇ ਵਿੱਚ ਹੈ ਕੰਜ਼ਰਵੇਸ਼ਨਸ ਇਨ ਕੇਸ ਆਫ ਅਰੈਸਟ। ਜੇਕਰ ਕਿਸੇ ਵਿਅਕਤੀ ਨੂੰ ਅਰੈਸਟ ਕੀਤਾ ਜਾਂਦਾ ਹੈ ਉਸ ਪ੍ਰਤੀ ਹੈ, ਉਸ ਦੇ ਲਈ ਹੈ ਕੀ ਹੈ ਜੀ ਇਹਦੇ ਵਿੱਚ। ਨੰਬਰ 1 ਹੈ, ਫਸਟ ਹੈ ਵਿਅਕਤੀ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਉਸ ਨੂੰ ਉਸ ਦਾ ਅਪਰਾਧ ਦੱਸਣਾ ਜ਼ਰੂਰੀ ਹੁੰਦਾ ਹੈ ਜੀ। ਸੈਕਿੰਡ, ਗ੍ਰਿਫਤਾਰੀ ਤੋਂ 24 ਘੰਟਿਆਂ ਵਿੱਚ ਨਿਆਂਲਿਆ ਪੇਸ਼ ਕਰਨਾ ਜ਼ਰੂਰੀ ਹੈ। ਥਰਡ, ਆਪਣਾ ਵਕੀਲ ਕਰਨ ਦਾ ਅਧਿਕਾਰ ਹੈ। ਇਹ ਹੈ ਜੀ ਆਰਟੀਕਲ 22 ਦੇ ਵਿੱਚ, ਨੋਟ ਕਰ ਲਓ। ਨੈਕਸਟ ਹੈ ਰਾਈਟ ਅਗੇਂਸਟ ਐਕਸਪਲੋਇਟੇਸ਼ਨਸ, ਸ਼ੋਸ਼ਣ ਵਿਰੁੱਧ ਅਧਿਕਾਰ ਹੈ ਜਿਹੜਾ ਜੀ। ਸ਼ੋਸ਼ਣ ਵਿਰੁੱਧ ਅਧਿਕਾਰ ਹੈ 23 ਤੇ 24 ਦੇ ਵਿੱਚ। 23 ਦੇ ਵਿੱਚ ਕੀ ਹੈ, ਮਨੁੱਖ ਦੀ ਤਸਕਰੀ ਨਹੀਂ ਕੀਤੀ ਜਾ ਸਕਦੀ, ਕੰਮ ਜ਼ਬਰਦਸਤੀ ਨਹੀਂ ਕਰਵਾਇਆ ਜਾ ਸਕਦਾ ਕਿਸੇ ਤੋਂ ਵੀ। ਆਰਟੀਕਲ 24 ਦੇ ਵਿੱਚ ਪ੍ਰੋਵੀਜ਼ਨਸ ਆਫ ਚਾਈਲਡ ਲੇਬਰ, ਬੱਚਿਆਂ ਤੋਂ ਬਾਲ ਮਜ਼ਦੂਰੀ ਨਹੀਂ ਕਰਵਾਈ ਜਾ ਸਕਦੀ, ਆਰਟੀਕਲ 24 ਦੇ ਵਿੱਚ ਹੈ ਜੀ। ਨੈਕਸਟ ਹੈ ਜੀ ਰਾਈਟ ਟੂ ਫਰੀडम ਆਫ ਰਿਲੀਜਨ, ਧਾਰਮਿਕ ਸੁਤੰਤਰਤਾ ਦਾ ਜਿਹੜਾ ਅਧਿਕਾਰ ਹੈ ਉਹ ਸਾਡਾ ਹੈਗਾ ਜੀ ਆਰਟੀਕਲ 25 to 28 ਦੇ ਵਿੱਚ। ਚਲੋ ਦੇਖਦੇ ਹਾਂ ਇਹਦੇ ਵਿੱਚ ਕੀ ਹੈ। ਤੁਹਾਨੂੰ ਬਹੁਤ ਸਿੱਧਾ ਤੇ ਸਪਸ਼ਟ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਇਸ ਵੀਡੀਓ ਰਾਹੀਂ, ਕੋਈ ਪ੍ਰੋਬਲਮ ਨਹੀਂ ਆਏਗੀ। ਕੋਸ਼ਿਸ਼ ਇਹੀ ਹੈ ਬਹੁਤ ਈਜ਼ੀ ਵੇ ਨਾਲ, ਸੌਖੇ ਤਰੀਕੇ ਨਾਲ ਸਿੱਧਾ ਤੇ ਸਪਸ਼ਟ ਕਲੀਅਰ ਗੱਲ ਕਹੀ ਗਈ ਹੈ ਜੋ ਕਿ ਆਸਾਨੀ ਨਾਲ ਤੁਹਾਨੂੰ ਸਮਝ ਆ ਜਾਏਗੀ। ਬਸ ਬਾਰ-ਬਾਰ ਰਿਵਾਈਜ਼ ਕਰਨ ਦੀ ਜ਼ਰੂਰਤ ਹੈ। ਆਰਟੀਕਲ 25 ਦੇ ਵਿੱਚ ਹੈ ਜੀ ਫਰੀडम ਟੂ ਫੋਲੋ ਐਨੀ ਰਿਲੀਜਨ ਔਨ ਇਟਸ ਕਸਟਮਸ। ਕਹਿੰਦੇ ਫਰੀडम ਹੈ, ਆਜ਼ਾਦੀ ਹੈ, ਕੋਈ ਵੀ ਕਿਸੇ ਵੀ ਰਿਲੀਜਨ ਨੂੰ, ਕਿਸੇ ਵੀ ਧਰਮ ਨੂੰ ਕਹਿੰਦੇ ਅਪਣਾ ਸਕਦਾ ਹੈ। ਆਰਟੀਕਲ 26 ਦੇ ਵਿੱਚ ਫਰੀडम ਟੂ ਕੰਡਕਟ ਰਿਲੀਜੀਅਸ ਪ੍ਰੋਗਰਾਮ ਔਰ ਮੀਟਿੰਗ, ਆਜ਼ਾਦੀ ਹੈ, ਕੋਈ ਵੀ ਧਾਰਮਿਕ ਪ੍ਰੋਗਰਾਮ ਕੀਤੇ ਜਾ ਸਕਦੇ ਹਨ, ਮੀਟਿੰਗ ਕੀਤੀ ਜਾ ਸਕਦੀ ਹੈ। ਆਰਟੀਕਲ 27 ਦੇ ਵਿੱਚ ਰਿਲੀਜੀਅਸ ਇਨਕਮ ਇਨ ਇੰਡੀਆ ਟੈਕਸ ਫ੍ਰੀ, ਜੋ ਵੀ ਰਿਲੀਜੀਅਸ ਇਨਕਮ ਹੈ ਜੀ ਸਾਡੇ ਇੰਡੀਆ ਦੇ ਵਿੱਚੋਂ ਟੈਕਸ ਫ੍ਰੀ ਹੈ, ਕੋਈ ਟੈਕਸ ਨਹੀਂ ਲੱਗਦਾ ਉਸ 'ਤੇ। ਆਰਟੀਕਲ 28 ਦੇ ਵਿੱਚ ਨੋ ਰਿਲੀਜੀਅਸ ਐਜੂਕੇਸ਼ਨ ਇਨ ਐਨੀ ਐਜੂਕੇਸ਼ਨਲ ਇੰਸਟੀਚਿਊਟ ਦੇ ਵਿੱਚ ਕੋਈ ਵੀ ਰਿਲੀਜੀਅਸ ਐਜੂਕੇਸ਼ਨ ਨਹੀਂ ਦੇ ਸਕਦਾ, ਆਰਟੀਕਲ 28 ਦੇ ਵਿੱਚ ਹੈ। ਨੈਕਸਟ ਹੈ ਜੀ ਕਲਚਰਲ ਐਂਡ ਐਜੂਕੇਸ਼ਨਲ ਰਾਈਟ ਹੈ ਜਿਹੜਾ ਸਾਡਾ, ਉਹ ਹੈ ਆਰਟੀਕਲ 29 ਤੇ 30 ਦੇ ਵਿੱਚ। ਆਰਟੀਕਲ 29 ਫੋਲੋ ਐਂਡ ਡਿਵੈਲਪ ਹਿਸ ਕਲਚਰ ਐਂਡ ਇਟਸ ਕਸਟਮਸ। ਓਕੇ, ਹਾਂਜੀ, ਫੋਲੋ ਐਂਡ ਡਿਵੈਲਪ ਹਿਸ ਕਲਚਰ ਕਹਿੰਦੇ 29 ਦੇ ਵਿੱਚ ਇਹ ਹੈ ਵੀ ਆਪਣੇ ਸੱਭਿਆਚਾਰ ਨੂੰ ਫੋਲੋ ਕੀਤਾ ਜਾ ਸਕਦਾ ਹੈ, ਕੋਈ ਵੀ ਕਿਸੇ ਵੀ ਸੱਭਿਆਚਾਰ ਨੂੰ ਫੋਲੋ ਕਰ ਸਕਦਾ ਹੈ, ਉਸ ਦਾ ਵਿਕਾਸ ਕਰ ਸਕਦਾ ਹੈ, ਕਸਟਮ ਸੰਸਕ੍ਰਿਤੀ ਨੂੰ ਅਪਣਾ ਸਕਦਾ ਹੈ, ਕਿਸੇ ਵੀ ਸੰਸਕ੍ਰਿਤ ਸੱਭਿਆਚਾਰ ਨੂੰ ਫੋਲੋ ਕਰਨਾ, ਉਸ ਦਾ ਵਿਕਾਸ ਕਰਨਾ 29 ਦੇ ਵਿੱਚ ਆਉਂਦਾ ਜੀ। ਆਰਟੀਕਲ 30 ਦੇ ਵਿੱਚ ਰਾਈਟ ਟੂ ਐਜੂਕੇਸ਼ਨ, ਐਜੂਕੇਸ਼ਨ ਦਾ ਅਧਿਕਾਰ ਹੈ। ਆਰਟੀਕਲ ਨੈਕਸਟ ਹੈ ਜੀ ਆਪਣਾ 30 ਤੱਕ ਹੋ ਚੁੱਕੇ ਨੇ। 31 ਸਾਡਾ ਮੋਸਟਲੀ ਸਭ ਨੂੰ ਪਤਾ ਹੀ ਹੋਏਗਾ, ਸੰਪत्ति ਦਾ ਸੀ ਜੋ ਕਿ ਅਧਿਕਾਰ, ਇਹਨੂੰ ਹੁਣ ਰਿਮੂਵ ਕਰ ਦਿੱਤਾ ਗਿਆ ਹੈ, ਲੀਗਲ ਰੈਕਟ ਬਣਾ ਦਿੱਤਾ ਗਿਆ ਹੈ, ਲੀਗਲ ਰਾਈਟ ਬਣਾ ਦਿੱਤਾ ਗਿਆ ਹੈ। ਆਰਟੀਕਲ 300A ਦੇ ਵਿੱਚ ਕਹਿੰਦੇ ਇਹ ਪਹੁੰਚ ਗਿਆ ਹੈ, ਲੀਗਲ ਰਾਈਟ ਬਣ ਗਿਆ ਹੈ। ਆਰਟੀਕਲ 300A ਦੇ ਵਿੱਚ ਹੈ, ਪਹਿਲਾਂ ਇਹ ਸੰਪत्ति ਦਾ ਸੀ ਜੀ, ਇਹਨੂੰ ਨੋਟ ਕਰ ਲਓ ਪਲੀਜ਼। ਨੈਕਸਟ ਹੈ ਆਰਟੀਕਲ 32। ਆਰਟੀਕਲ 32 ਦੇ ਵਿੱਚ ਜੀ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਹੈ ਜਿਹੜਾ ਕਿ
ਇਸ ਨੂੰ ਸਾਊਲ ਆਫ ਦਾ ਆਰਟੀਕਲ 32 ਨੂੰ ਸਾਊਲ ਆਫ ਦਾ ਇੰਡੀਅਨ ਕੌਨਸਟੀਟਿਊਸ਼ਨ ਦੀ ਆਤਮਾ ਵੀ ਕਿਹਾ ਜਾਂਦਾ ਹੈ, ਸਾਡੇ ਸੰਵਿਧਾਨ ਦੀ ਆਤਮਾ ਕਿਹਾ ਜਾਂਦਾ ਹੈ। ਕਿਸ ਨੇ ਕਿਹਾ ਸੀ ਜੀ ਇਹ ਗੱਲ? ਡਾਕਟਰ BR ਅੰਬੇਦਕਰ ਅਨੁਸਾਰ। ਇਹ ਵੀ ਪੁਆਇੰਟ ਨੋਟ ਕਰ ਲਓ। ਸੰਵਿਧਾਨ ਦੀ ਆਤਮਾ ਕਿਸ ਨੇ ਕਿਹਾ ਸੀ? ਡਾਕਟਰ BR ਅੰਬੇਦਕਰ ਨੇ। ਆਰਟੀਕਲ 32 ਨੂੰ। ਆਰਟੀਕਲ 32 ਦੇ ਵਿੱਚ ਹੈ ਜੀ ਰਿਟਸ ਆ ਜਾਂਦੀਆਂ। ਇਹ ਰਿਟਸ ਬਹੁਤ ਇੰਪੋਰਟੈਂਟ ਰਿਟਸ ਹੈ। ਹਾਂਜੀ 5 ਰਿਟਸ ਹੈ ਜੋ ਕਿ ਮੈਂ ਤੁਹਾਨੂੰ ਥੋੜ੍ਹਾ ਡਿਟੇਲ ਦੱਸਾਂਗੀ ਇਹਨਾਂ ਦੀ। ਵੈਰੀ ਇੰਪੋਰਟੈਂਟ। ਕੋਈ ਵੀ ਕੁਐਸਚਨ ਕਦੋਂ ਵੀ ਆ ਸਕਦਾ ਇਹਦੇ ਵਿੱਚ। ਹਾਂਜੀ ਕਿਸੇ ਵੀ ਐਗਜ਼ਾਮ ਦੇ ਵਿੱਚ ਮੋਸਟਲੀ ਕੋਈ ਨਾ ਕੋਈ ਕੁਐਸਚਨ ਹੁੰਦਾ ਹੀ ਹੈ। ਸੋ ਕਰਦੇ ਹਾਂ। ਨੰਬਰ 1 ਫਸਟ ਹੈ ਜਿਹੜਾ ਕਿ ਹੈਬਸ ਕਾਰਪਸ। ਕਹਿੰਦੇ ਇਹਦੇ ਵਿੱਚ ਕੀ ਆ? ਜੋ ਕਿਸੇ ਮੌਲਿਕ ਅਧਿਕਾਰ ਦੀ ਉਲੰਘਣਾ ਕਰਦਾ ਹੈ ਤਾਂ ਉਹਨੂੰ ਫਿਜ਼ੀਕਲੀ ਕੋਰਟ 'ਚ ਬੁਲਾਇਆ ਜਾ ਸਕਦਾ ਹੈ। ਹਾਈ ਕੋਰਟ ਜਾਂ ਸੁਪਰੀਮ ਕੋਰਟ 'ਚ ਫਾਈਲ ਕਰ ਸਕਦਾ ਹੈ। ਉਹ ਕਹਿੰਦੇ ਜੇਕਰ ਕਿਸੇ ਦੇ ਕੋਈ ਮੌਲਿਕ ਅਧਿਕਾਰ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਫਿਜ਼ੀਕਲੀ ਬੁਲਾਇਆ ਜਾ ਸਕਦਾ ਹੈ ਕੋਰਟ ਦੇ ਵਿੱਚ, ਅਤੇ ਉਹ ਆਪਣੀ ਜਿਸ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਹੋਈ ਹੁੰਦੀ ਹੈ ਉਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿੱਚ ਕਿਤੇ ਵੀ ਇਹ ਫਾਈਲ ਕਰ ਸਕਦਾ ਹੈ ਇਹ ਰਿਟ। ਨੈਕਸਟ ਹੈ ਜੀ ਮੈਂਡਮਸ। ਕਿਸੇ ਵਿਅਕਤੀ ਸੰਸਥਾ ਦੇ ਖਿਲਾਫ ਜਿਸ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੋਵੇ। ਹਾਂਜੀ ਕੋਈ ਸੰਸਥਾ ਹੋਵੇ, ਕੋਈ ਵੀ ਸੰਸਥਾ, ਕੋਈ ਵੀ ਵਿਅਕਤੀ ਜਿਸ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੋਵੇ ਕਿਤੇ ਨਾ ਕਿਤੇ, ਇਹ ਰਿਟ ਉਸ ਦੀ ਲਈ ਹੁੰਦੀ ਹੈ। ਇਹਦੇ ਵਿੱਚ ਇਹ ਨੋਟ ਕਰਨ ਵਾਲੀ ਗੱਲ ਹੈ ਜੀ ਪ੍ਰੈਜ਼ੀਡੈਂਟ, ਗਵਰਨਰ, ਪ੍ਰਾਈਵੇਟ ਆਰਗੇਨਾਈਜੇਸ਼ਨ, ਇੰਡੀਵਿਜੂਅਲ 'ਤੇ ਐਪਲੀਕੇਬਲ ਨਹੀਂ ਹੈ। ਇਹਨਾਂ 'ਤੇ ਇਸ਼ੂ ਨਹੀਂ ਕਰ ਸਕਦੇ ਅਸੀਂ। ਕੋਈ ਪ੍ਰੈਜ਼ੀਡੈਂਟ ਹੈ, ਗਵਰਨਰ ਹੈ, ਪ੍ਰਾਈਵੇਟ ਆਰਗੇਨਾਈਜੇਸ਼ਨ ਹੈ, ਇਸ ਵਿੱਚ ਨਹੀਂ ਆਉਂਦੇ ਜੀ। ਨੋਟ ਕਰ ਲਓ। ਨੈਕਸਟ ਹੈ ਪ੍ਰੋਹਿਬਿਸ਼ਨ। ਸੁਪਰੀਮ ਕੋਰਟ ਜਾਂ ਹਾਈ ਕੋਰਟ ਨਿਚਲੀ ਅਦਾਲਤ ਦੇ ਨਿਰਣੇ ਨੂੰ ਰੱਦ ਕਰ ਦਾ ਹੱਕ ਰੱਖਦੀ ਹੈ ਜੀ। ਇਹਦੇ ਵਿੱਚ ਇਹ ਹੁੰਦਾ ਹੈ ਕਿ ਸੁਪਰੀਮ ਕੋਰਟ ਜਾਂ ਹਾਈ ਕੋਰਟ ਨਿਚਲੀ ਅਦਾਲਤ ਦੇ ਨਿਰਣੇ ਨੂੰ ਰੱਦ ਵੀ ਕਰ ਸਕਦੀ ਹੈ। ਜੇ ਉਸ ਨੂੰ ਉਹ ਨਿਰਣਾ ਸਹੀ ਨਹੀਂ ਲੱਗਦਾ ਉਸ ਨੂੰ ਕੈਂਸਲ ਕੀਤਾ ਜਾ ਸਕਦਾ ਹੈ। ਹਾਂਜੀ 3 ਰੀਟਾਂ ਇਹ ਆਪਣੀਆਂ ਹੋ ਚੁੱਕੀਆਂ। ਇਸ ਨੂੰ ਫਿਰ ਇੱਕ ਵਾਰ ਦੇਖ ਲਓ ਧਿਆਨ ਨਾਲ। ਹਾਂਜੀ ਨੈਕਸਟ ਹੈ ਜੀ ਸਰਸਰਾਈ। ਜਦੋਂ ਨਿਆਲਿਆ ਸਹੀ ਕੰਮ ਨਹੀਂ ਕਰਦਾ, ਸੁਪਰੀਮ ਕੋਰਟ ਨਿਚਲੀ ਅਦਾਲਤ ਦੇ ਖਿਲਾਫ ਕਰਦਾ ਹੈ ਕੇਸ ਇਹਦੇ ਵਿੱਚ ਸੁਪਰੀਮ ਕੋਰਟ ਕਹਿੰਦੇ ਨਿਚਲੀਆਂ ਅਦਾਲਤਾਂ ਦੇ ਖਿਲਾਫ ਕਰ ਸਕਦਾ ਹੈ ਇਹ ਰਿਟ। ਜੇਕਰ ਕੋਈ ਨਿਆਲਿਆ ਜੇਕਰ ਕੋਈ ਨਿਚਲੀ ਅਦਾਲਤ ਸਹੀ ਕੰਮ ਨਹੀਂ ਕਰ ਰਹੀ, ਇਹਦੇ ਵਿੱਚ ਟਰਾਂਸਫਰ ਵੀ ਕੀਤਾ ਜਾ ਸਕਦਾ ਕਿਸੇ ਕੇਸ ਨੂੰ। ਜੱਜਮੈਂਟ ਵੀ ਲਈ ਸੁਪਰੀਮ ਕੋਰਟ ਖੁਦ ਨਿਚਲੀ ਅਦਾਲਤ ਤੋਂ ਮੰਗਵਾ ਸਕਦਾ ਹੈ। ਕੋਈ ਪੈਂਡਿੰਗ ਕੇਸ ਪਿਆ ਹੁੰਦਾ ਹੈ ਉਹ ਵੀ ਮੰਗਵਾ ਸਕਦਾ ਹੈ। ਇਹ ਸੁਪਰੀਮ ਕੋਰਟ ਨੂੰ ਇਸ ਦਾ ਅਧਿਕਾਰ ਹੁੰਦਾ ਹੈ ਜੀ। ਨੈਕਸਟ ਹੈ ਵੈਰੀ ਇੰਪੋਰਟੈਂਟ ਰਿਟ ਹੈ ਜਿਹੜੀ ਕਿਊ ਵਾਰੰਟੋ। ਜਿਨ੍ਹਾਂ ਨੇ ਗੈਰ ਸੰਵਿਧਾਨਿਕ ਗੈਰ ਕਾਨੂੰਨੀ ਤਰੀਕੇ ਨਾਲ ਕੋਈ ਨੌਕਰੀ ਪ੍ਰਾਪਤ ਕੀਤੀ ਹੋਵੇ, ਇਹ ਉਸ ਦੇ ਖਿਲਾਫ ਹੁੰਦੀ ਹੈ। ਜੋ ਗੈਰ ਕਾਨੂੰਨੀ ਤਰੀਕੇ ਨਾਲ ਨੌਕਰੀ ਪ੍ਰਾਪਤ ਕਰ ਲੈਂਦੇ ਨੇ ਪਰ ਉਹਦੇ ਯੋਗ ਨਹੀਂ ਹੁੰਦੇ, ਉਸ ਦੀ ਜਗ੍ਹਾ ਉਸ ਨੂੰ ਹਟਾ ਕੇ ਕਹਿੰਦੇ ਯੋਗ ਉਮੀਦਵਾਰ ਨੂੰ ਬਿਠਾ ਦਿੱਤਾ ਜਾਂਦਾ ਹੈ। ਉਸ ਦੇ ਖਿਲਾਫ ਇਹ ਰਿਟ ਹੁੰਦੀ ਹੈ ਕਿਊ ਵਾਰੰਟੋ। ਹਾਂਜੀ ਨੈਕਸਟ ਹੈ ਜੀ ਆਰਟੀਕਲ 33 ਦੇ ਵਿੱਚ ਇਟ ਕੈਨ ਮੋਡੀਫਾਈ ਦਾ ਐਪਲੀਕੇਸ਼ਨ ਆਫ ਫੰਡਾਮੈਂਟਲ ਰਾਈਟਸ ਟੂ ਦਾ ਆਰਮਡ ਫੋਰਸਿਸ ਐਂਡ ਪੁਲਿਸ ਫੋਰਸਿਸ ਸੋ ਐਜ਼ ਟੂ ਇਨਸ਼ੋਰ ਪ੍ਰੋਪਰ ਡਿਸਚਾਰਜ ਆਫ ਦੇਅਰ ਡਿਊਟੀਜ਼ ਐਂਡ ਮੇਨਟੇਨੈਂਸ ਆਫ ਡਿਸਿਪਲਿਨ ਅਮੰਗ ਦੈਮ। ਕਹਿੰਦੇ ਸੰਸਦ ਨੂੰ ਅਧਿਕਾਰ ਹੈ ਕਿ ਚਾਹੇ ਉਹ ਸੈਨਾ ਹੈ, ਪੁਲਿਸ ਹੈ ਜਾਂ ਖੂਫੀਆ ਏਜੰਸੀਆਂ ਹੈ, ਕਹਿੰਦੇ ਉਹਨਾਂ ਦੇ ਮੂਲ ਅਧਿਕਾਰਾਂ 'ਤੇ ਰੋਕ ਲਗਾਈ ਜਾ ਸਕਦੀ ਹੈ। ਉਹਨਾਂ ਨੂੰ ਘੱਟ ਕੀਤਾ ਜਾਂਦਾ ਹੈ। ਉਹਨਾਂ ਦੀ ਡਿਊਟੀ ਨੂੰ ਪ੍ਰੋਪਰ ਬਣਾਉਣ ਲਈ, ਡਿਸਿਪਲਿਨ 'ਚ ਬਣਾਉਣ ਲਈ ਕਹਿੰਦੇ ਇਹ ਅਧਿਕਾਰ ਹੈ ਸੰਸਦ ਕੋਲ ਕਿ ਜਿਹੜੇ ਉਹਨਾਂ ਦੇ ਮੌਲਿਕ ਅਧਿਕਾਰ ਨੇ ਪੁਲਿਸ ਫੋਰਸ ਦੇ, ਸੈਨਾ ਦੇ, ਖੂਫੀਆ ਏਜੰਸੀਆਂ ਦੇ, ਉਹਨਾਂ 'ਤੇ ਰੋਕ ਲਗਾਈ ਜਾ ਸਕਦੀ ਹੈ। ਇਹ ਨਹੀਂ ਹੈ ਕੋਈ ਵੀ ਦੇਖੋ ਆਪਣੀ ਮਰਜ਼ੀ ਕਰ ਸਕਦਾ ਹੈ। ਆਰਮੀ ਦੇ ਵਿੱਚ ਇਹ ਨਹੀਂ ਕਹਿ ਸਕਦੇ ਜੇ ਕਿਸੇ ਦੀ ਡਿਊਟੀ ਜੰਮੂ ਕਸ਼ਮੀਰ ਵਿੱਚ ਚਲਾਈ ਹੈ ਮੈਂ ਉੱਥੇ ਨਹੀਂ ਜਾਵਾਂਗਾ, ਮੈਂ ਘਰ ਦੇ ਨੇੜੇ ਰਵਾਂਗਾ, ਇਸ ਤਰ੍ਹਾਂ ਕੋਈ ਨਹੀਂ ਕਹਿ ਸਕਦਾ ਇਹਦੇ ਵਿੱਚ। ਅਤੇ ਸਟਰਾਈਕ ਜੋ ਧਰਨੇ ਵਗੈਰਾ ਇਹ ਨਹੀਂ ਦੇ ਸਕਦੇ ਸੀ, ਇਹਨਾਂ ਤੋਂ ਇਹਨਾਂ ਦੇ ਮੌਲਿਕ ਅਧਿਕਾਰ ਖੋਹ ਲਏ ਜਾ ਸਕਦੇ ਆ। ਇਸ ਤਰ੍ਹਾਂ ਸਾਡੇ ਜੇ ਇਹਨਾਂ ਨੂੰ ਇੰਨੀ ਆਜ਼ਾਦੀ ਮਿਲ ਗਈ ਤਾਂ ਸਾਡੇ ਕੰਟਰੀ ਦਾ, ਸਾਡੇ ਦੇਸ਼ ਦਾ ਕੀ ਬਣੇਗਾ। ਇਸ ਲਈ ਇਹਨਾਂ ਦੇ ਮੌਲਿਕ ਅਧਿਕਾਰਾਂ 'ਤੇ ਰੋਕ ਲੱਗ ਸਕਦੀ ਹੈ, ਇਹਨਾਂ ਨੂੰ ਉਨੀ ਆਜ਼ਾਦੀ ਨਹੀਂ ਹੈ ਸੀ। ਇਹ ਆਰਟੀਕਲ 33 ਦੇ ਵਿੱਚ ਹੈ। 34 ਦੇ ਵਿੱਚ ਜੇਕਰ ਭਾਰਤ ਦੇ ਕਿਸੇ ਰਾਜ ਵਿੱਚ ਮਾਰਸ਼ਲ ਲਾ ਲਾਗੂ ਹੁੰਦਾ ਹੈ ਤਾਂ ਲੋਕਾਂ ਦੇ
ਲੋਕਾਂ ਦੇ ਜਿਹੜੇ ਮੌਲਿਕ ਅਧਿਕਾਰ ਉਹਨਾਂ ਨੂੰ ਘਟਾਇਆ ਜਾ ਸਕਦਾ ਹੈ। ਮਾਰਸ਼ਲ ਲਾ ਹੁੰਦਾ ਜੀ, ਜਿੱਥੇ ਸੈਨਾ ਦਾ ਸ਼ਾਸਨ ਲਾਗੂ ਕੀਤਾ ਜਾਂਦਾ ਹੈ। ਕੋਈ ਵੀ ਮਤਲਬ ਜ਼ਿਆਦਾ ਵਿਪਤਾ ਆ ਜਾਂਦੀ ਹੈ ਤਾਂ ਜਿੱਥੇ ਸੈਨਾ ਸ਼ਾਸਨ ਲਾਗੂ ਹੋ ਜਾਂਦਾ ਹੈ ਜਿਸ ਰਾਜ ਦੇ ਵਿੱਚ, ਉਸ ਨੂੰ ਮਾਰਸ਼ਲ ਲਾ ਕਹਿੰਦੇ ਹਨ। ਤਾਂ ਉੱਥੇ ਸਭ ਕੁਝ ਸੈਨਾ ਦੇ ਅਕੋਰਡਿੰਗ ਹੀ ਚਲਾਇਆ ਜਾਏਗਾ, ਜੋ ਉਹਨਾਂ ਨੂੰ ਠੀਕ ਲੱਗੇਗਾ। ਅਤੇ ਉੱਥੇ ਜਿੱਥੇ ਜੀ ਉਹਨਾਂ ਦੇ ਲੋਕਾਂ ਦੇ ਜਿਹੜੇ ਮੌਲਿਕ ਅਧਿਕਾਰ ਆ, ਉੱਥੇ ਉਸ ਸਿਚੁਏਸ਼ਨ ਦੇ ਵਿੱਚੋਂ ਘਟਾਏ ਵੀ ਜਾ ਸਕਦੇ ਹਨ। ਆਰਟੀਕਲ 35 ਦੇ ਵਿੱਚ, ਆਰਟੀਕਲ 35 ਦੇ ਵਿੱਚ ਸੰਸਦ ਨੂੰ ਅਧਿਕਾਰ ਹੈ ਕਿ ਉਹ ਕਾਨੂੰਨ ਬਣਾ ਸਕਦੀ ਹੈ। ਅਜਿਹਾ ਕਿੱਥੇ ਦਿੱਤਾ ਹੋਇਆ ਹੈ? ਆਰਟੀਕਲ 35 ਦੇ ਵਿੱਚ ਕਿ ਸੰਸਦ ਨੂੰ ਹੀ ਅਧਿਕਾਰ ਹੈ ਕਿ ਉਹ ਕੋਈ ਵੀ ਕਾਨੂੰਨ ਬਣਾ ਸਕਦੀ ਹੈ। ਪਾਵਰਸ ਪਾਰਲੀਮੈਂਟ ਟੂ ਮੇਕ ਲਾ ਟੂ ਗਿਵ ਫੈਕਟ ਟੂ ਦਾ ਪ੍ਰੋਵੀਜ਼ਨਸ ਆਫ ਪਾਰਟ 3 ਆਫ ਦਾ ਕੌਨਸਟੀਟਿਊਸ਼ਨ। ਕੋਈ ਵੀ ਕਹਿੰਦੇ ਕਾਨੂੰਨ ਬਣਾਉਣ ਦਾ ਜਿਹੜੀ ਪਾਵਰ ਹੈ, ਜਿਹੜਾ ਅਧਿਕਾਰ ਹੈ, ਉਹ ਕਿਸ ਕੋਲ ਹੈ ਜੀ? ਸੰਸਦ ਕੋਲ ਹੈ। ਸੋ ਆਪਣੇ ਆਰਟੀਕਲ 35 ਤੱਕ ਕੰਪਲੀਟ ਹੁੰਦੇ ਨੇ। ਅੱਜ ਦੀ ਕਲਾਸ ਆਪਣੀ ਕੰਪਲੀਟ ਹੁੰਦੀ ਹੈ। ਇਸ ਨੂੰ ਬਾਰ-ਬਾਰ ਰਿਵਾਈਜ਼ ਕਰ ਲਿਓ। Thank you very much.